ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਓਨਟਾਰੀਓ ਦੇ ਆਡੀਟਰ ਜਨਰਲ ਦੀ ਨਵੀਂ ਰਿਪੋਰਟ 'ਚ ਖੁਲਾਸੇ ਕਿਵੇਂ ਕੀਤੀ ਸੀ ਸੂਬਾ ਸਰਕਾਰ ਨੇ ਨਾਇਗਰਾ ਫਾਲਸ ਤੋਂ ਪੀਟਰਬਰੋ ਤੱਕ ਫੈਲੇ ਫਾਰਮਲੈਂਡ, ਜੰਗਲਾਂ ਅਤੇ ਵਾਟਰਲੈਂਡ ਦੇ 8,10,000 ਹੈਕਟੇਅਰ ਇਲਾਕੇ ਨੂੰ ਗ੍ਰੀਨ ਬੈਲਟ ਤੋਂ ਬਾਹਰ ਕਰਨ ਦੀ ਚੋਣ। ਆਡੀਟਰ ਜਨਰਲ ਦੀ ਰਿਪੋਰਟ ਤੋਂ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦਾ ਬਿਆਨ, ਸਰਕਾਰ ਵੱਲੋਂ ਇਸ ਪ੍ਰਕਿਰਿਆ ਦੇ ਹਰ ਨਿੱਕੇ ਵੱਡੇ ਪੱਖ ਦਾ ਰੱਖਿਆ ਗਿਆ ਸੀ ਖਿਆਲ। ਆਡੀਟਰ ਜਨਰਲ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ ਮੰਨਣ ਉੱਤੇ ਵੀ ਪ੍ਰਗਟਾਈ ਸਹਿਮਤੀ। ਕੈਨੇਡਾ ਨੇ ਬੈਲਾਰੂਸ ਦੇ ਅਧਿਕਾਰੀਆਂ ਵਿਰੁੱਧ ਹੋਰ ਪਾਬੰਦੀਆਂ ਦਾ ਕੀਤਾ ਐਲਾਨ। ਵਿਦੇਸ਼ ਮੰਤਰੀ ਮੈਲਨੀ ਜੋਲੀ ਨੇ ਬੈਲਾਰੂਸ ਦੇ 9 ਵਿਅਕਤੀਆਂ ਤੇ 7 ਫੌਜੀ ਸੰਸਥਾਵਾਂ ਵਿਰੁੱਧ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦੇ ਅਨੁਸਾਰ ਕੋਵਿਡ-19 ਦਾ ਨਵਾਂ ਸਬ ਵੇਰੀਐਂਟ EG5 ਕੈਨੇਡਾ 'ਚ ਵੀ ਮਿਊਨਿਸਪਲ ਵੇਸਟ ਵਾਟਰ 'ਚ EG5 36 ਵਾਰ ਪਾਇਆ ਗਿਆ। 30 ਜੁਲਾਈ ਤੋਂ 5 ਅਗਸਤ ਦੇ ਦਰਮਿਆਨ ਪਾਏ ਗਏ ਕੋਵਿਡ-19 ਕੇਸਾਂ 'ਚੋਂ ਕਰੀਬ 36% ਮਾਮਲੇ ਹੋ ਸਕਦੇ ਨੇ ਨਵੇਂ ਸਬ ਵੇਰੀਐਂਟ ਦੇ। ਓਨਟਾਰੀਓ ਦੀ ਆਡੀਟਰ ਜਨਰਲ ਦੀ ਨਵੀਂ ਰਿਪੋਰਟ ਸਾਹਮਣੇ ਆਈ ਹੈ। ਆਡੀਟਰ ਜਨਰਲ ਬੋਨੀ ਲੀਜ਼ੇਕ ਵੱਲੋਂ ਬੁੱਧਵਾਰ ਨੂੰ ਜਾਰੀ ਹੋਈ 95 ਪੰਨਿਆਂ ਦੀ ਰਿਪੋਰਟ ਨੇ ਸਮੀਖਿਆ ਕੀਤੀ ਕਿ ਸੂਬਾ ਸਰਕਾਰ ਨੇ ਨਾਇਗਰਾ ਫਾਲਸ ਤੋਂ ਪੀਟਰਬਰੋ ਤੱਕ ਫੈਲੇ ਫਾਰਮਲੈਂਡ, ਜੰਗਲਾਂ ਅਤੇ ਵਾਟਰਲੈਂਡ ਦੇ 8,10,000 ਹੈਕਟੇਅਰ ਇਲਾਕੇ ਨੂੰ ਗ੍ਰੀਨ ਬੈਲਟ ਤੋਂ ਬਾਹਰ ਕਰਨ ਦੀ ਚੋਣ ਕਿਵੇਂ ਕੀਤੀ ਸੀ। ਤਿੰਨੋਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੇ ਖਦਸ਼ੇ ਪ੍ਰਗਟਾਏ ਸਨ ਕਿ ਕੀ ਗ੍ਰੀਨ ਬੈਲਟ ਫੈਸਲੇ ਤੋਂ ਲਾਭ 'ਚ ਆਉਣ ਵਾਲੇ ਡਿਵੈਲਪਰਾਂ ਨੂੰ ਇਸ ਬਾਰੇ ਪਹਿਲਾਂ ਤੋਂ ਪਤਾ ਸੀ ਜਾਂ ਨਹੀਂ, ਤੇ ਉਹਨਾਂ ਦੀ ਬੇਨਤੀ ਤੇ ਜਨਵਰੀ 'ਚ ਲੀਜ਼ਿਕ ਇਸ ਫੈਸਲੇ ਬਾਰੇ ਵਿਚਾਰ ਕਰਨ ਲਈ ਸਹਿਮਤ ਹੋਈ ਸੀ। ਰਿਪੋਰਟ ਤੋਂ ਬਾਅਦ ਵਿਰੋਧੀ ਧਿਰਾਂ ਨੇ ਤੁਰੰਤ ਫੋਰਡ ਸਰਕਾਰ ਤੇ ਨਿਸ਼ਾਨਾ ਕੱਸਿਆ। NDP ਲੀਡਰ ਮੈਰਿਟ ਸਟਾਈਲਸ ਤੇ ਲਿਬਰਲ ਲੀਡਰ ਜੌਨ ਫਰੇਜ਼ਰ ਨੇ ਕਲਾਰਕ ਦੇ ਫੌਰੀ ਅਸਤੀਫੇ ਦੀ ਮੰਗ ਕੀਤੀ। ਓਨਟਾਰੀਓ ਦੀ ਆਡੀਟਰ ਜਨਰਲ ਦੀ ਨਵੀਂ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਓਨਟਾਰੀਓ ਸਰਕਾਰ ਦੀ ਹਾਊਸਿੰਗ ਵਿਕਾਸ ਵਾਸਤੇ ਸੁਰੱਖਿਅਤ ਗ੍ਰੀਨ ਬੈਲਟ ਜ਼ਮੀਨ ਦੀ ਚੋਣ ਕਰਨ ਦੀ ਪ੍ਰਕਿਰਿਆ ਸਰਕਾਰ ਵਿੱਚ ਚੰਗੇ ਸਬੰਧ ਰੱਖਣ ਵਾਲੇ ਡਿਵੈਲਪਰਾਂ ਦੇ ਇੱਕ ਛੋਟੇ ਜਿਹੇ ਸਮੂਹ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਸੀ। ਆਡੀਟਰ ਜਨਰਲ ਬੋਨੀ ਲੀਜ਼ੇਕ ਵੱਲੋਂ ਬੁੱਧਵਾਰ ਨੂੰ ਜਾਰੀ ਹੋਈ 95 ਪੰਨਿਆਂ ਦੀ ਰਿਪੋਰਟ ਨੇ ਸਮੀਖਿਆ ਕੀਤੀ ਕਿ ਸੂਬਾ ਸਰਕਾਰ ਨੇ ਨਾਇਗਰਾ ਫਾਲਸ ਤੋਂ ਪੀਟਰਬਰੋ ਤੱਕ ਫੈਲੇ ਫਾਰਮਲੈਂਡ, ਜੰਗਲਾਂ ਅਤੇ ਵਾਟਰਲੈਂਡ ਦੇ 8,10,000 ਹੈਕਟੇਅਰ ਇਲਾਕੇ ਨੂੰ ਗ੍ਰੀਨ ਬੈਲਟ ਦੇ ਬਾਹਰ ਕਰਨ ਦੀ ਚੋਣ ਕਿਵੇਂ ਕੀਤੀ ਸੀ। ਲੀਜ਼ੈਕ ਨੇ ਪਾਇਆ ਕਿ ਇਲਾਕੇ ਦੀ ਚੋਣ ਪ੍ਰਕਿਰਿਆ ਗੈਰ ਪੱਖਪਾਤੀ ਪਬਲਿਕ ਸਰਵੈਂਟਸ ਦੁਆਰਾ ਨਹੀਂ, ਸਗੋਂ ਮੁੱਖ ਤੌਰ ਤੇ ਹਾਊਸਿੰਗ ਮਿਨਿਸਟਰ ਸਟੀਵ ਕਲਾਰਕ ਦੇ ਚੀਫ ਆਫ ਸਟਾਫ ਦੁਆਰਾ ਨਿਯੰਤਰਿਤ ਸੀ ਤੇ ਚੀਫ ਆਫ ਸਟਾਫ ਤੱਕ ਪਹੁੰਚ ਰੱਖਣ ਵਾਲੇ ਡਿਵੈਲਪਰਾਂ ਦੇ ਖਾਸ ਸੁਝਾਵਾਂ ਤੋਂ ਪ੍ਰਭਾਵਿਤ ਸੀ। ਲੀਜ਼ੈਕ ਨੇ ਕਿਹਾ ਕਿ ਕਲਾਰਕ ਦੇ ਚੀਫ ਆਫ ਸਟਾਫ ਨੇ ਅਕਤੂਬਰ 2022 'ਚ ਹਾਊਸਿੰਗ ਮੰਤਰਾਲੇ ਦੇ ਨੌਕਰਸ਼ਾਹਾਂ ਦੀ ਇੱਕ ਛੋਟੀ ਟੀਮ ਨੂੰ ਨਿਰਦੇਸ਼ਿਤ ਕੀਤਾ ਸੀ, ਜਿਸ ਨੇ ਫੈਸਲਾ ਕੀਤਾ ਸੀ ਕਿ ਕਿਹੜੀਆਂ ਸਾਈਟਾਂ ਨੂੰ ਗ੍ਰੀਨ ਬੈਲਟ 'ਚੋਂ ਹਟਾਇਆ ਜਾਵੇਗਾ। ਰਿਪੋਰਟ ਅਨੁਸਾਰ ਅਖੌਤੀ ਗ੍ਰੀਨ ਬੈਲਟ ਪ੍ਰੋਜੈਕਟ ਟੀਮ ਦਾ ਕੰਮ 3 ਹਫ਼ਤਿਆਂ ਤੱਕ ਸੀਮਤ ਸੀ ਅਤੇ ਉਹਨਾਂ ਦੀ ਜ਼ਮੀਨੀ ਸਾਈਟਾਂ 'ਤੇ ਢੁਕਵੇਂ ਹੋਣ ਦਾ ਮੁਲਾਂਕਣ ਕਰਨ ਜਾਂ ਵਿਕਲਪਾਂ ਦਾ ਸੁਝਾਅ ਦੇਣ ਦੀ ਸਮਰੱਥਾ ਨੂੰ ਸੀਮਤ ਕਰਦਿਆਂ ਉਹਨਾਂ ਨੂੰ ਗੁਪਤਤਾ ਦੀ ਸਹੁੰ ਚੁਕਾਈ ਗਈ ਸੀ। ਲੀਜ਼ੈਕ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਜੋ ਕੁਝ ਹੋਇਆ ਉਸ ਨੂੰ ਮਿਆਰੀ ਜਾਂ ਬਚਾਅਯੋਗ ਪ੍ਰਕਿਰਿਆ ਨਹੀਂ ਮੰਨਿਆ ਜਾ ਸਕਦਾ। ਉਹਨਾਂ ਕਿਹਾ ਕਿ ਇਹ ਪ੍ਰਕਿਰਿਆ ਕੁਝ ਡਿਵੈਲਪਰਾਂ ਅਤੇ ਜ਼ਮੀਨ ਮਾਲਕਾਂ ਦੇ ਹੱਕ 'ਚ ਕੀਤੀ ਤਰਫਦਾਰੀ ਸੀ ਤੇ ਜਿਨ੍ਹਾਂ ਨੇ ਹਾਊਸਿੰਗ ਮੰਤਰੀ ਦੇ ਚੀਫ ਆਫ ਸਟਾਫ ਤੱਕ ਸਮੇਂ ਸਿਰ ਪਹੁੰਚ ਕੀਤੀ ਸੀ। ਰਿਪੋਰਟ ਅਨੁਸਾਰ ਪ੍ਰਕਿਰਿਆ ਨੇ ਫੈਸਲੇ ਦੇ ਖੇਤੀਬਾੜੀ, ਵਾਤਾਵਰਣ ਤੇ ਵਿੱਤੀ ਪ੍ਰਭਾਵਾਂ ਤੇ ਵਿਚਾਰ ਨਹੀਂ ਕੀਤਾ ਤੇ ਗੈਰ ਸਿਆਸੀ ਯੋਜਨਾ ਮਾਹਰਾਂ ਜਾਂ ਆਮ ਲੋਕਾਂ ਤੇ ਮੂਲ ਨਿਵਾਸੀ ਭਾਈਚਾਰਿਆਂ ਸਮੇਤ ਹੋਰ ਪੱਖਾਂ ਤੋਂ ਬਹੁਤੀ ਰਾਏ ਨਹੀਂ ਲਈ। ਓਨਟਾਰੀਓ ਦੀ ਗ੍ਰੀਨ ਬੈਲਟ 2005 'ਚ ਬਣਾਈ ਗਈ ਸੀ ਤਾਂ ਜੋ ਖੇਤੀਬਾੜੀ ਅਤੇ ਵਾਤਾਵਰਣ ਪੱਖੋਂ ਸੰਵੇਦਨਸ਼ੀਲ ਜ਼ਮੀਨਾਂ ਨੂੰ ਸ਼ਹਿਰੀ ਫੈਲਾਅ ਦੇ ਸ਼ਿਕਾਰ ਤੋਂ ਸਥਾਈ ਤੌਰ ਤੇ ਸੁਰੱਖਿਅਤ ਕੀਤਾ ਜਾ ਸਕੇ। ਫੋਰਡ ਸਰਕਾਰ ਨੇ 5,000 ਘਰਾਂ ਦੀ ਉਸਾਰੀ ਲਈ ਦਸੰਬਰ 'ਚ ਗ੍ਰੀਨ ਬੈਲਟ ਤੋਂ ਲਗਭਗ 2,995 ਹੈਕਟੇਅਰ ਜ਼ਮੀਨ ਹਟਾ ਦਿੱਤੀ ਸੀ ਅਤੇ ਹੋਰ ਕਿਤੇ ਜ਼ਮੀਨ ਵੀ ਖਰੀਦੀ ਗਈ ਸੀ। ਸਰਕਾਰ ਨੇ ਕਿਹਾ ਸੀ ਕਿ ਇਹ ਤਬਦੀਲੀਆਂ ਓਨਟਾਰੀਓ ਦੇ ਰਿਹਾਇਸ਼ੀ ਸੰਕਟ ਨੂੰ ਘੱਟ ਕਰਨ ਲਈ ਅਗਲੇ ਦਹਾਕੇ 'ਚ 1.5 ਮਿਲੀਅਨ ਨਵੇਂ ਘਰ ਬਣਾਉਣ ਦੀ ਯੋਜਨਾ ਦਾ ਹਿੱਸਾ ਨੇ। ਤਿੰਨੋਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੇ ਖਦਸ਼ੇ ਪ੍ਰਗਟਾਏ ਕਿ ਕੀ ਗ੍ਰੀਨ ਬੈਲਟ ਫੈਸਲੇ ਤੋਂ ਲਾਭ 'ਚ ਆਉਣ ਵਾਲੇ ਡਿਵੈਲਪਰਾਂ ਨੂੰ ਇਸ ਬਾਰੇ ਪਹਿਲਾਂ ਤੋਂ ਪਤਾ ਸੀ ਜਾਂ ਨਹੀਂ,
ਤੇ ਉਹਨਾਂ ਦੀ ਬੇਨਤੀ ਤੇ ਜਨਵਰੀ 'ਚ ਲਿਜ਼ਿਕ ਇਸ ਫੈਸਲੇ ਬਾਰੇ ਵਿਚਾਰ ਕਰਨ ਲਈ ਸਹਿਮਤ ਹੋਈ ਸੀ। ਰਿਪੋਰਟ ਤੋਂ ਬਾਅਦ ਵਿਰੋਧੀ ਧਿਰਾਂ ਨੇ ਤੁਰੰਤ ਫੋਰਡ ਸਰਕਾਰ ਤੇ ਨਿਸ਼ਾਨਾ ਕੱਸਿਆ। ਐਨਡੀਪੀ ਲੀਡਰ ਮੈਰਿਟ ਸਟਾਈਲਜ਼ ਅਤੇ ਅੰਤਰਿਮ ਲਿਬਰਲ ਲੀਡਰ ਜੌਨ ਫਰੇਜ਼ਰ ਨੇ ਕਲਾਰਕ ਦੇ ਫੌਰੀ ਅਸਤੀਫੇ ਦੀ ਮੰਗ ਕੀਤੀ। ਆਡੀਟਰ ਜਨਰਲ ਦੀ ਰਿਪੋਰਟ ਆਉਣ ਤੋਂ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਆਖਿਆ ਕਿ ਉਹਨਾਂ ਦੀ ਸਰਕਾਰ ਵੱਲੋਂ ਇਸ ਪ੍ਰਕਿਰਿਆ ਦੇ ਹਰ ਨਿੱਕੇ ਵੱਡੇ ਪੱਖ ਦਾ ਖਿਆਲ ਰੱਖਿਆ ਗਿਆ ਹੈ, ਪਰ ਉਹ ਮੰਨਦੇ ਨੇ ਕਿ ਇਸ ਕੰਮ ਨੂੰ ਹੋਰ ਬਿਹਤਰ ਢੰਗ ਨਾਲ ਕੀਤਾ ਜਾ ਸਕਦਾ ਸੀ। ਉਹਨਾਂ ਆਡੀਟਰ ਜਨਰਲ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ ਮੰਨਣ ਉੱਤੇ ਸਹਿਮਤੀ ਪ੍ਰਗਟਾਈ ਤੇ ਆਖਿਆ ਕਿ ਉਹ ਇਸ ਫੈਸਲੇ ਦਾ ਸਤਿਕਾਰ ਕਰਦੇ ਨੇ ਤੇ ਉਹ ਇਸ ਸਾਰੀ ਪ੍ਰਕਿਰਿਆ 'ਚ ਕੁਝ ਤਬਦੀਲੀਆਂ ਜ਼ਰੂਰ ਕਰਨਗੇ। ਆਡੀਟਰ ਜਨਰਲ ਵੱਲੋਂ 15 ਸਿਫਾਰਸ਼ਾਂ ਕੀਤੀਆਂ ਗਈਆਂ ਨੇ। ਹਾਊਸਿੰਗ ਡਿਵੈਲਪਮੈਂਟ ਬਾਰੇ ਆਡੀਟਰ ਜਨਰਲ ਦੀ ਰਿਪੋਰਟ ਆਉਣ ਤੋਂ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਆਖਿਆ ਕਿ ਉਹਨਾਂ ਦੀ ਸਰਕਾਰ ਵੱਲੋਂ ਇਸ ਪ੍ਰਕਿਰਿਆ ਦੇ ਹਰ ਨਿੱਕੇ ਵੱਡੇ ਪੱਖ ਦਾ ਖਿਆਲ ਰੱਖਿਆ ਗਿਆ ਹੈ, ਪਰ ਉਹ ਮੰਨਦੇ ਨੇ ਕਿ ਇਸ ਕੰਮ ਨੂੰ ਹੋਰ ਬਿਹਤਰ ਢੰਗ ਨਾਲ ਕੀਤਾ ਜਾ ਸਕਦਾ ਸੀ। ਉਹਨਾਂ ਨੇ ਇਹ ਵੀ ਆਖਿਆ ਕਿ ਆਡੀਟਰ ਜਨਰਲ ਵੱਲੋਂ ਕੀਤੀਆਂ ਗਈਆਂ ਕੁਝ ਸਿਫਾਰਸ਼ਾਂ ਨੂੰ ਲਾਗੂ ਕਰਨ ਦੀ ਉਹ ਕੋਸ਼ਿਸ਼ ਕਰਨਗੇ। ਉਹਨਾਂ ਆਖਿਆ ਕਿ ਸਾਡੀ ਸਰਕਾਰ ਹਾਊਸਿੰਗ ਸਪਲਾਈ ਤੇ ਅਫੋਰਡੇਬਿਲਟੀ ਦੇ ਇਸ ਸੰਕਟ ਤੋਂ ਨਿਜਾਤ ਪਾਉਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਉਹਨਾਂ ਇਹ ਵੀ ਆਖਿਆ ਕਿ ਸਾਡੀ ਪ੍ਰਕਿਰਿਆ ਬਿਲਕੁਲ ਪਾਰਦਰਸ਼ੀ ਰਹੀ ਹੈ ਤੇ ਉਹਨਾਂ ਨੂੰ ਆਪਣੇ ਮੰਤਰੀਆਂ ਤੇ ਕਾਕਸ ਉੱਤੇ ਪੂਰਾ ਭਰੋਸਾ ਹੈ। ਉਹਨਾਂ ਆਖਿਆ ਕਿ ਜਦੋਂ ਤੱਕ ਹਾਊਸਿੰਗ ਡਿਵੈਲਪਮੈਂਟ ਦਾ ਕੰਮ ਪੂਰਾ ਨਹੀਂ ਹੋ ਜਾਂਦਾ, ਅਸੀਂ ਇਹਨਾਂ ਨਵੇਂ ਮਾਪਦੰਡਾਂ ਤੇ ਲੋੜਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਜ਼ਿਕਰਯੋਗ ਹੈ ਕਿ ਓਨਟਾਰੀਓ ਦੀ ਲਿਬਰਲ, ਐਨਡੀਪੀ ਤੇ ਗ੍ਰੀਨ ਪਾਰਟੀ ਵੱਲੋਂ ਕੀਤੀ ਗਈ ਸਾਂਝੀ ਬੇਨਤੀ ਤੋਂ ਬਾਅਦ ਆਡੀਟਰ ਜਨਰਲ ਬੋਨੀ ਲਿਸਕਸ ਵੱਲੋਂ ਗ੍ਰੀਨ ਬੈਲਟ ਲੈਂਡ ਨੂੰ ਹਾਊਸਿੰਗ ਡਿਵੈਲਪਮੈਂਟ ਵਾਸਤੇ ਵਰਤਣ ਦੇ ਸਬੰਧ 'ਚ ਜਾਂਚ ਸ਼ੁਰੂ ਕੀਤੀ ਗਈ ਸੀ। ਬੁੱਧਵਾਰ ਨੂੰ ਜਾਰੀ ਕੀਤੀ ਗਈ ਆਪਣੀ ਰਿਪੋਰਟ 'ਚ ਲਿਸਕਸ ਨੇ ਆਖਿਆ ਕਿ ਗ੍ਰੀਨ ਬੈਲਟ ਤੋਂ ਹਟਾਈ ਗਈ ਜ਼ਮੀਨ ਦੇ ਸਬੰਧ 'ਚ ਕੁਝ ਖਾਮੀਆਂ ਪਾਈਆਂ ਗਈਆਂ ਤੇ ਪਲੈਨਿੰਗ 'ਚ ਵੀ ਕਮੀਆਂ ਨਜ਼ਰ ਆਈਆਂ ਨੇ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਪ੍ਰੋਵਿੰਸ ਵੱਲੋਂ 1.5 ਮਿਲੀਅਨ ਘਰ ਤਿਆਰ ਕਰਨ ਦਾ ਜਿਹੜਾ ਟੀਚਾ ਮਿੱਥਿਆ ਗਿਆ ਹੈ, ਉਹ ਵੀ ਇਸ ਸਾਰੀ ਕੋਸ਼ਿਸ਼ ਨਾਲ ਸ਼ਾਇਦ ਹੀ ਪੂਰਾ ਹੋਵੇ। ਆਡੀਟਰ ਜਨਰਲ ਨੇ ਆਖਿਆ ਕਿ ਪ੍ਰੋਵਿੰਸ਼ੀਅਲ ਸਰਕਾਰ ਨੂੰ ਆਪਣਾ ਇਹ ਟੀਚਾ ਪੂਰਾ ਕਰਨ ਲਈ ਗ੍ਰੀਨ ਬੈਲਟ ਪਲਾਨ ਬਾਰੇ ਜਨਤਾ ਨਾਲ ਹੋਰ ਜ਼ਿਆਦਾ ਗੱਲਬਾਤ ਕਰਨੀ ਚਾਹੀਦੀ ਸੀ। ਇਸ ਉੱਤੇ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਆਖਿਆ ਕਿ ਹਾਊਸਿੰਗ ਸੰਕਟ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਉਹਨਾਂ ਨੂੰ ਹਾਊਸਿੰਗ ਦੇ ਨਿਰਮਾਣ ਤੇ ਡਿਵੈਲਪਮੈਂਟ ਲਈ ਫੌਰੀ ਕਦਮ ਚੁੱਕਣੇ ਪੈਣੇ ਸਨ। ਉਹਨਾਂ ਆਡੀਟਰ ਜਨਰਲ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ ਮੰਨਣ ਉੱਤੇ ਸਹਿਮਤੀ ਪ੍ਰਗਟਾਈ ਤੇ ਆਖਿਆ ਕਿ ਉਹ ਇਸ ਫੈਸਲੇ ਦਾ ਸਤਿਕਾਰ ਕਰਦੇ ਨੇ ਤੇ ਉਹ ਇਸ ਸਾਰੀ ਪ੍ਰਕਿਰਿਆ 'ਚ ਕੁਝ ਤਬਦੀਲੀਆਂ ਜ਼ਰੂਰ ਕਰਨਗੇ। ਆਡੀਟਰ ਜਨਰਲ ਵੱਲੋਂ 15 ਸਿਫਾਰਸ਼ਾਂ ਕੀਤੀਆਂ ਗਈਆਂ ਨੇ। ਕੈਨੇਡਾ ਨੇ ਬੈਲਾਰੂਸ ਦੇ ਅਧਿਕਾਰੀਆਂ ਵਿਰੁੱਧ ਹੋਰ ਪਾਬੰਦੀਆਂ ਦਾ ਐਲਾਨ ਕੀਤਾ ਹੈ। ਬੈਲਾਰੂਸ 'ਚ ਰਾਸ਼ਟਰਪਤੀ ਦੀ ਵੋਟ ਦੇ 3 ਸਾਲ ਪੂਰੇ ਹੋ ਗਏ ਨੇ, ਜਿਸ ਨੂੰ ਵਿਆਪਕ ਤੌਰ ਤੇ ਧਾਂਦਲੀ ਮੰਨਿਆ ਜਾਂਦਾ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਨੀ ਜੋਲੀ ਨੇ ਬੈਲਾਰੂਸ ਦੇ 9 ਵਿਅਕਤੀਆਂ ਤੇ 7 ਫੌਜੀ ਸੰਸਥਾਵਾਂ ਵਿਰੁੱਧ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਉਹਨਾਂ ਦੇ ਕੈਨੇਡਾ ਆਉਣ ਜਾਂ ਕੈਨੇਡਾ 'ਚ ਸੰਪੱਤੀ ਰੱਖਣ ਤੇ ਪਾਬੰਦੀ ਲਗਾਈ ਗਈ ਹੈ। ਪਾਬੰਦੀ ਹੇਠ ਆਉਣ ਵਾਲੇ ਲੋਕਾਂ ਵਿੱਚ ਬੈਲਾਰੂਸ ਦੇ ਸਰਕਾਰੀ ਟੀਵੀ ਦੇ ਮੁਖੀ, ਦੇਸ਼ ਦੇ ਰੱਖਿਆ ਵਿਭਾਗ ਅਤੇ ਕੁਝ ਫੌਜੀ ਟੈਕਨੋਲੋਜੀ ਕੰਪਨੀਆਂ, ਜੱਜ ਤੇ ਹੋਰ ਸਰਕਾਰੀ ਅਧਿਕਾਰੀ ਸ਼ਾਮਲ ਨੇ। ਗਲੋਬਲ ਅਫੇਅਰਜ਼ ਕੈਨੇਡਾ ਦਾ ਕਹਿਣਾ ਹੈ ਕਿ ਨਵੀਆਂ ਪਾਬੰਦੀਆਂ ਅਗਸਤ 2020 ਦੀ ਵੋਟ ਤੋਂ ਬਾਅਦ ਪ੍ਰਦਰਸ਼ਨਕਾਰੀਆਂ, ਕਾਰਕੁਨਾਂ ਅਤੇ ਪੱਤਰਕਾਰਾਂ ਵਿਰੁੱਧ ਰਾਜ ਪ੍ਰਾਯੋਜਿਤ ਹਿੰਸਾ ਸਮੇਤ ਵਿਵਸਥਿਤ ਵੋਟਰ ਦਮਨ ਦੇ ਜਵਾਬ 'ਚ ਨੇ। ਬੈਲਾਰੂਸ ਨੂੰ ਅਕਸਰ ਯੂਰਪ ਦੀ ਆਖਰੀ ਤਾਨਾਸ਼ਾਹੀ ਕਿਹਾ ਜਾਂਦਾ ਹੈ, ਜਿੱਥੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੈਂਕੋ ਨੇ 1994 ਤੋਂ ਅਹੁਦਾ ਸੰਭਾਲਿਆ ਹੋਇਆ ਤੇ ਯੂਕਰੇਨ ਤੇ ਰੂਸ ਦੇ ਚੱਲ ਰਹੇ ਹਮਲੇ 'ਚ ਉਹ ਰੂਸ ਦੀ ਹਮਾਇਤ ਕਰ ਰਹੇ ਨੇ। ਕੈਨੇਡਾ ਤੋਂ ਇਲਾਵਾ ਅਮਰੀਕਾ, ਯੂਰਪ ਅਤੇ ਨਿਊਜ਼ੀਲੈਂਡ ਵੀ ਬੈਲਾਰੂਸ ਤੇ ਅਜਿਹੀਆਂ ਹੀ ਪਾਬੰਦੀਆਂ ਦਾ ਐਲਾਨ ਕਰ ਚੁੱਕੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੰਟਰਨੈਸ਼ਨਲ ਡੇ ਆਫ ਦਾ ਵਰਲਡਸ ਇੰਡੀਜੀਨੀਅਸ ਪੀਪਲਜ਼ ਮੌਕੇ ਕਿਹਾ ਕਿ ਅੰਤਰਰਾਸ਼ਟਰੀ ਦਿਵਸ ਤੇ ਅਸੀਂ ਕੈਨੇਡਾ ਅਤੇ ਦੁਨੀਆ ਭਰ 'ਚ ਆਦੀਵਾਸੀ ਲੋਕਾਂ ਦੀਆਂ ਵਿਭਿੰਨ ਸੰਸਕ੍ਰਿਤੀਆਂ, ਭਾਸ਼ਾਵਾਂ ਅਤੇ ਪਰੰਪਰਾਵਾਂ ਦਾ ਜਸ਼ਨ ਮਨਾਉਂਦੇ ਹਾਂ ਤੇ ਉਹਨਾਂ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ। ਕੈਨੇਡਾ ਸਰਕਾਰ ਇੱਕ ਅਜਿਹਾ ਭਵਿੱਖ ਬਣਾਉਣ ਲਈ ਫਸਟ ਨੇਸ਼ਨਜ਼, ਇਨੂਇਟ ਅਤੇ ਮੈਟਿਸ ਨਾਲ ਸਾਂਝੇਦਾਰੀ 'ਚ ਕੰਮ ਕਰ ਰਹੀ ਹੈ, ਜਿੱਥੇ ਹਰ ਕਿਸੇ ਨੂੰ ਕਾਮਯਾਬ ਹੋਣ ਦਾ ਮੌਕਾ ਮਿਲੇ। 2021 'ਚ ਸੰਯੁਕਤ ਰਾਸ਼ਟਰ ਘੋਸ਼ਣਾ ਪੱਤਰ ਔਨ ਰਾਈਟਸ ਆਫ ਇੰਡੀਜੀਨੀਅਸ ਪੀਪਲਜ਼ ਐਕਟ ਦੇ ਇਤਿਹਾਸਕ ਗੋਦ ਲੈਣ ਤੋਂ ਬਾਅਦ ਕੈਨੇਡਾ ਸਰਕਾਰ ਨੇ ਹਾਲ ਹੀ 'ਚ 2023 ਤੋਂ 2028 ਦਾ ਐਕਸ਼ਨ ਪਲਾਨ ਜਾਰੀ ਕੀਤਾ, ਜੋ ਕਿ ਸਵਦੇਸ਼ੀ ਭਾਈਵਾਲਾਂ ਦੇ ਨਾਲ ਸਲਾਹ ਮਸ਼ਵਰੇ ਅਤੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਸੀ ਤਾਂ ਜੋ ਟੀਚਿਆਂ ਨੂੰ ਪ੍ਰਾਪਤ ਕਰਨ 'ਚ ਸਾਡੀ ਮਦਦ ਕੀਤੀ ਜਾ ਸਕੇ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦੇ ਅਨੁਸਾਰ
ਕੋਵਿਡ-19 ਦਾ ਨਵਾਂ ਸਬ ਵੇਰੀਐਂਟ EG5 ਕੈਨੇਡਾ 'ਚ ਵੀ ਸਾਹਮਣੇ ਆਇਆ ਹੈ। ਇੱਕ ਈਮੇਲ 'ਚ ਪਬਲਿਕ ਹੈਲਥ ਏਜੰਸੀ ਕੈਨੇਡਾ ਨੇ ਦੱਸਿਆ ਕਿ 30 ਜੁਲਾਈ ਤੋਂ 5 ਅਗਸਤ ਦੇ ਦਰਮਿਆਨ ਪਾਏ ਗਏ ਕੋਵਿਡ-19 ਦੇ ਕੇਸਾਂ 'ਚੋਂ ਕਰੀਬ 36% ਮਾਮਲੇ ਨਵੇਂ ਸਬ ਵੇਰੀਐਂਟ ਦੇ ਹੋ ਸਕਦੇ ਨੇ। ਇਸ ਤੋਂ ਇਲਾਵਾ ਮਿਊਨਿਸਪਲ ਵੇਸਟ ਵਾਟਰ ਵਿੱਚ ਵੀ EG5 36 ਵਾਰ ਪਾਇਆ ਗਿਆ ਸੀ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦੇ ਅਨੁਸਾਰ ਕੋਵਿਡ-19 ਦਾ ਨਵਾਂ ਸਬ ਵੇਰੀਐਂਟ EG5 ਕੈਨੇਡਾ 'ਚ ਵੀ ਸਾਹਮਣੇ ਆਇਆ ਹੈ। ਏਜੰਸੀ ਦਾ ਕਹਿਣਾ ਹੈ ਕਿ ਇਹ ਸਬ ਵੇਰੀਐਂਟ ਘੱਟੋ ਘੱਟ ਮਈ ਤੋਂ ਕੈਨੇਡਾ 'ਚ ਮੌਜੂਦ ਹੈ। EG5 ਵਧੇਰੇ ਫੈਲਣ ਵਾਲਾ ਮੰਨਿਆ ਜਾ ਰਿਹਾ ਹੈ ਤੇ ਇਹ ਇਮਿਊਨਿਟੀ ਦੇ ਸੁਰੱਖਿਆ ਘੇਰੇ 'ਚੋਂ ਵੀ ਲੰਘ ਸਕਦਾ ਪ੍ਰਤੀਤ ਹੋ ਰਿਹਾ ਹੈ, ਪਰ ਇਹ ਵਧੇਰੇ ਗੰਭੀਰ ਬਿਮਾਰੀ ਦਾ ਵੀ ਕਾਰਨ ਬਣ ਸਕਦਾ ਹੈ। ਇਸ ਗੱਲ ਦੇ ਬਹੁਤੇ ਸਬੂਤ ਨਹੀਂ ਨੇ। ਇੱਕ ਈਮੇਲ 'ਚ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ ਦੱਸਿਆ ਕਿ 30 ਜੁਲਾਈ ਤੋਂ 5 ਅਗਸਤ ਦੇ ਦਰਮਿਆਨ ਪਾਏ ਗਏ ਕੋਵਿਡ-19 ਕੇਸਾਂ ਵਿੱਚੋਂ ਕਰੀਬ 36% ਮਾਮਲੇ ਨਵੇਂ ਸਬ ਵੇਰੀਐਂਟ ਦੇ ਹੋ ਸਕਦੇ ਨੇ। ਇਸ ਤੋਂ ਇਲਾਵਾ ਮਿਊਨਿਸਪਲ ਵੇਸਟ ਵਾਟਰ ਵਿੱਚ ਵੀ EG5 36 ਵਾਰੀ ਪਾਇਆ ਗਿਆ ਸੀ। ਪਿਛਲੇ ਮਹੀਨੇ ਵਿਸ਼ਵ ਸਿਹਤ ਸੰਗਠਨ ਨੇ EG5 ਨੂੰ ਨਿਗਰਾਨੀ ਅਧੀਨ ਵੇਰੀਐਂਟ ਦੀ ਸੂਚੀ 'ਚ ਪਾਇਆ ਸੀ, ਹਾਲਾਂਕਿ ਅਜੇ ਇਸ ਨੂੰ ਚਿੰਤਾਜਨਕ ਵੇਰੀਐਂਟ ਨਹੀਂ ਮੰਨਿਆ ਗਿਆ। ਅਮਰੀਕਾ 'ਚ ਮਾਡਲਿੰਗ ਅੰਕੜੇ ਦਰਸਾਉਂਦੇ ਨੇ ਕਿ ਮੁਲਕ 'ਚ ਪਿਛਲੇ 2 ਹਫ਼ਤਿਆਂ ਦੌਰਾਨ ਸਾਹਮਣੇ ਆਏ ਕੋਵਿਡ ਮਾਮਲਿਆਂ 'ਚ 17.3% ਮਾਮਲੇ ਨਵੇਂ ਵੇਰੀਐਂਟ ਦੇ ਸਨ। ਨਵੇਂ ਅੰਕੜਿਆਂ ਅਨੁਸਾਰ ਕੈਨੇਡਾ ਦੇ ਕੁਝ ਹਿੱਸਿਆਂ 'ਚ ਕੋਵਿਡ-19 ਦੇ ਮਾਮਲਿਆਂ 'ਚ ਕੁਝ ਵਾਧਾ ਦਰਜ ਕੀਤਾ ਗਿਆ ਹੈ। ਗਰਮੀਆਂ ਦੀ ਸ਼ੁਰੂਆਤ 'ਚ ਕੈਨੇਡਾ ਦੇ ਵੇਸਟ ਵਾਟਰ 'ਚ ਕੋਵਿਡ-19 ਦਾ ਪੱਧਰ 2020 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ ਸੀ, ਪਰ 27 ਜੁਲਾਈ ਤੋਂ ਬਾਅਦ ਕੈਨੇਡਾ 'ਚ ਨਿਗਰਾਨੀ ਅਧੀਨ 39 ਵੇਸਟ ਵਾਟਰ ਸਥਾਨਾਂ 'ਚੋਂ ਘੱਟੋ ਘੱਟ 7 'ਚ ਕੋਵਿਡ-19 'ਚ ਵਾਧਾ ਦਰਜ ਕੀਤਾ ਗਿਆ। ਅੰਕੜਿਆਂ ਅਨੁਸਾਰ ਓਨਟਾਰੀਓ 'ਚ ਇੱਕ ਮਹੀਨੇ 'ਚ ਹੀ ਟੈਸਟ ਦੇ ਪੋਜ਼ਿਟਿਵ ਆਉਣ ਦੀ ਦਰ ਲਗਭਗ 5% ਤੋਂ ਵੱਧ ਕੇ 7% ਹੋ ਗਈ ਹੈ। ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿਖੇ ਐਪੀਡੀਮੀਓਲੋਜਿਸਟ ਡਾਕਟਰ ਕੈਰੋਲੀਨ ਕੋਲਜਿਨ ਨੇ ਕਿਹਾ ਹੈ ਕਿ ਫਾਲ ਸੀਜ਼ਨ 'ਚ EG5 ਦੇ ਮਾਮਲਿਆਂ 'ਚ ਵਾਧਾ ਹੋ ਸਕਦਾ ਹੈ, ਪਰ ਕੋਵਿਡ ਮਾਮਲਿਆਂ ਦੀ ਬਹੁਤ ਵੱਡੀ ਵੇਵ ਦੀ ਸੰਭਾਵਨਾ ਨਹੀਂ ਲੱਗਦੀ, ਕਿਉਂਕਿ ਹੁਣ ਲੋਕਾਂ ਵਿੱਚ ਇਮਿਊਨਿਟੀ ਕਾਫੀ ਹੈ ਅਤੇ ਨਵਾਂ ਵੇਰੀਐਂਟ ਬਾਕੀ ਸਭ ਵੇਰੀਐਂਟਸ ਨਾਲੋਂ ਵਧੇਰੇ ਤੀਬਰ ਨਹੀਂ ਲੱਗਦਾ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਨਵੇਂ ਸਬ ਵੇਰੀਐਂਟ ਨਾਲ ਕੁਝ ਅਜਿਹੇ ਲੱਛਣ ਵੀ ਹੋ ਸਕਦੇ ਨੇ ਜਾਂ ਨਹੀਂ ਜੋ ਹੁਣ ਤੱਕ ਦੇ ਕੋਵਿਡ ਮਾਮਲਿਆਂ 'ਚ ਸਾਹਮਣੇ ਆਏ ਨੇ। PHAC ਨੇ ਆਪਣੀ ਈਮੇਲ 'ਚ ਦੱਸਿਆ ਕਿ EG5 ਸਬ ਵੇਰੀਐਂਟ ਮੁਲਕ ਦੇ ਕਈ ਹਿੱਸਿਆਂ ਵਿੱਚ ਪਾਇਆ ਗਿਆ ਹੈ, ਪਰ ਉਹਨਾਂ ਹਿੱਸਿਆਂ ਦੇ ਵੇਰਵੇ ਨਹੀਂ ਦਿੱਤੇ। GTA 'ਚ ਗੈਸੋਲੀਨ ਦੀਆਂ ਕੀਮਤਾਂ ਪਿਛਲੇ 9 ਮਹੀਨੇ ਦੇ ਸਿਖਰਲੇ ਪੱਧਰ ਤੇ ਜਾਣ ਦੀ ਪੇਸ਼ਨਗੋਈ ਕੀਤੀ ਗਈ ਹੈ। ਅੱਜ ਸਵੇਰੇ ਸ਼ੁਰੂ ਹੋਇਆ ਵਾਧਾ ਪਤਝੜ ਰੁੱਤ ਤੱਕ ਜਾਰੀ ਰਹਿ ਸਕਦਾ ਹੈ। ਤੇਲ ਖੇਤਰ ਦੇ ਜਾਣਕਾਰਾਂ ਅਨੁਸਾਰ ਸ਼ੁੱਕਰਵਾਰ ਤੱਕ ਗੈਸ ਦੀ ਕੀਮਤ 6 ਸੈਂਟ ਪ੍ਰਤੀ ਲੀਟਰ ਵੱਧ ਸਕਦੀ ਹੈ। ਕੈਨੇਡੀਅਨਜ਼ ਫॉर ਅਫੋਰਡੇਬਲ ਐਨਰਜੀ ਦੇ ਮੁਖੀ ਡੈਨ ਮੈਕਟੀਗ ਨੇ ਦੱਸਿਆ ਕਿ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਨੇ ਅਤੇ ਅਜਿਹੇ 'ਚ ਰਿਟੇਲ ਕੀਮਤਾਂ ਵੀ ਵਧਣਗੀਆਂ। ਉਨ੍ਹਾਂ ਕਿਹਾ ਕਿ ਗ੍ਰੇਟਰ ਟੋਰਾਂਟੋ ਏਰੀਆ 'ਚ ਬੁੱਧਵਾਰ ਦੇ ਮੁਕਾਬਲੇ ਵੀਰਵਾਰ ਨੂੰ ਤੇਲ 4 ਸੈਂਟ ਪ੍ਰਤੀ ਲੀਟਰ ਮਹਿੰਗਾ ਮਿਲਣ ਦੇ ਆਸਾਰ ਨੇ, ਜਦਕਿ 2 ਸੈਂਟ ਦਾ ਵਾਧਾ ਸ਼ੁੱਕਰਵਾਰ ਤੱਕ ਹੋ ਜਾਵੇਗਾ। ਕਿਊਬੈਕ ਸੁਪੀਰੀਅਰ ਕੋਰਟ ਦੀ ਇੱਕ ਜੱਜ ਅਨੁਸਾਰ ਫ੍ਰੈਂਚ ਭਾਸ਼ਾ ਨਾ ਆਉਣ ਕਰਕੇ ਗਵਰਨਰ ਜਨਰਲ ਨੂੰ ਹਟਾਉਣ ਦੀ ਮੰਗ ਦੇ ਮੁਕੱਦਮੇ ਦੀ ਸੁਣਵਾਈ ਕਿਊਬੈਕ ਸੁਪੀਰੀਅਰ ਕੋਰਟ ਦੇ ਦਾਇਰੇ 'ਚ ਆਉਂਦੀ ਹੈ। ਹੁਣ ਕੇਸ ਦੀ ਸੁਣਵਾਈ ਕਿਊਬੈਕ ਸੁਪੀਰੀਅਰ ਕੋਰਟ ਦੁਆਰਾ ਕੀਤੀ ਜਾਵੇਗੀ, ਜਿਸ ਦੀ ਕਾਰਵਾਈ ਫਾਲ 'ਚ ਦੁਬਾਰਾ ਸ਼ੁਰੂ ਹੋਣ ਦੀ ਉਮੀਦ ਹੈ। ਮੁਕੱਦਮਾ ਦਾਇਰ ਕਰਨ ਵਾਲੇ ਗਰੁੱਪ ਦੀ ਅਗਵਾਈ ਮੂਲ ਰੂਪ 'ਚ ਸਾਬਕਾ ਪਾਰਟੀ ਕਿਊਬੈਕਵਾ ਦੇ ਲੀਡਰਸ਼ਿਪ ਉਮੀਦਵਾਰ ਫਰੈਡਰਿਕ ਬੈਸਟੀਅਨ ਨੇ ਕੀਤੀ ਸੀ, ਜਿਨ੍ਹਾਂ ਦੀ ਫੈਸਲੇ ਦੇ ਪ੍ਰਕਾਸ਼ਿਤ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਮੌਤ ਹੋ ਗਈ ਸੀ। ਬੈਸਟੀਅਨ ਦੀ ਮੌਤ ਦੇ ਬਾਵਜੂਦ ਕੇਸ ਅੱਗੇ ਵਧਣ ਦੀ ਉਮੀਦ ਹੈ। ਕਿਊਬੈਕ ਸੁਪੀਰੀਅਰ ਕੋਰਟ ਦੀ ਇੱਕ ਜੱਜ ਅਨੁਸਾਰ ਫ੍ਰੈਂਚ ਭਾਸ਼ਾ ਨਾ ਆਉਣ ਕਰਕੇ ਗਵਰਨਰ ਜਨਰਲ ਨੂੰ ਹਟਾਉਣ ਦੀ ਮੰਗ ਦੇ ਮੁਕੱਦਮੇ ਦੀ ਸੁਣਵਾਈ ਕਿਊਬੈਕ ਸੁਪੀਰੀਅਰ ਕੋਰਟ ਦੇ ਦਾਇਰੇ 'ਚ ਆਉਂਦੀ ਹੈ। ਕੈਨੇਡਾ ਦੇ ਅਟਾਰਨੀ ਜਨਰਲ ਨੇ ਇਹ ਦਲੀਲ ਦਿੱਤੀ ਸੀ ਕਿ ਅਜਿਹਾ ਕੇਸ ਫੈਡਰਲ ਅਦਾਲਤ ਨੂੰ ਦੇਖਣਾ ਚਾਹੀਦਾ ਹੈ, ਪਰ ਜੱਜ ਕੈਥਰੀਨ ਪੀਸ਼ੇ ਨੇ ਜੂਨ 'ਚ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਸੀ। ਪਿਛਲੀਆਂ ਗਰਮੀਆਂ ਦੌਰਾਨ ਕਿਊਬੈਕ ਦੀ ਸੁਪੀਰੀਅਰ ਕੋਰਟ 'ਚ ਇੱਕ ਮੁਕੱਦਮਾ ਦਾਇਰ ਕੀਤਾ ਗਿਆ ਸੀ ਕਿ ਗਵਰਨਰ ਜਨਰਲ ਮੈਰੀ ਸਾਈਮਨ ਨੂੰ ਫ੍ਰੈਂਚ ਭਾਸ਼ਾ ਨਹੀਂ ਆਉਂਦੀ, ਇਸ ਕਰਕੇ ਉਹ ਇਸ ਅਹੁਦੇ ਤੇ ਬਣੀ ਨਹੀਂ ਰਹਿ ਸਕਦੀ। ਫ੍ਰੈਂਚ ਕੈਨੇਡਾ ਦੀਆਂ 2 ਅਧਿਕਾਰਤ ਭਾਸ਼ਾਵਾਂ 'ਚੋਂ ਇੱਕ ਹੈ। ਮੁਕੱਦਮਾ ਦਾਇਰ ਕਰਨ ਵਾਲਾ ਕਿਊਬੈਕ ਦਾ ਇੱਕ ਗਰੁੱਪ ਚਾਹੁੰਦਾ ਹੈ ਕਿ ਸਾਈਮਨ ਦੀ ਨਿਯੁਕਤੀ ਅਵੈਧ ਹੋ ਜਾਵੇ।
ਸਾਈਮਨ ਦੀ ਸਕੂਲੀ ਸਿੱਖਿਆ ਕਿਊਬੈਕ ਦੇ ਨੂਨਾਵਿਕ ਖੇਤਰ 'ਚ ਹੋਈ ਸੀ ਅਤੇ ਉਹ ਕਹਿੰਦੇ ਨੇ ਕਿ ਉੱਥੇ ਉਹਨਾਂ ਨੂੰ ਫ੍ਰੈਂਚ ਭਾਸ਼ਾ ਸਿੱਖਣ ਦਾ ਮੌਕਾ ਨਹੀਂ ਮਿਲਿਆ। ਹਾਲਾਂਕਿ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਗਵਰਨਰ ਜਨਰਲ ਦੇ ਅਹੁਦੇ ਤੇ ਰਹਿੰਦਿਆਂ ਉਹ ਫ੍ਰੈਂਚ ਭਾਸ਼ਾ ਸਿੱਖਣ ਦੀ ਪੂਰੀ ਕੋਸ਼ਿਸ਼ ਕਰਨਗੇ। ਫੈਡਰਲ ਸਰਕਾਰ ਨੇ ਇਸ ਮਾਮਲੇ ਦੀ ਸੁਣਵਾਈ ਕਿਸੇ ਹੋਰ ਅਦਾਰੇ 'ਚ ਕਰਨ ਦੇ ਲਈ ਇਨਕਾਰੀ ਛੋਟ ਦਾਇਰ ਕੀਤੀ ਸੀ। ਆਪਣੀ ਬੇਨਤੀ ਦੀ ਦਲੀਲ 'ਚ ਕੈਨੇਡਾ ਦੇ ਅਟਾਰਨੀ ਜਨਰਲ ਦੇ ਵਕੀਲਾਂ ਨੇ ਫੈਡਰਲ ਕੋਰਟਸ ਐਕਟ ਦੇ ਸੈਕਸ਼ਨ 18 ਦਾ ਹਵਾਲਾ ਦਿੱਤਾ ਸੀ, ਜੋ ਕਹਿੰਦਾ ਹੈ ਕਿ ਕਿਸੇ ਵੀ ਫੈਡਰਲ ਏਜੰਸੀ ਦੇ ਵਿਰੁੱਧ ਨਿਰਣਾਇਕ ਫੈਸਲਾ ਸੁਣਾਉਣ ਦਾ ਵਿਸ਼ੇਸ਼ ਅਧਿਕਾਰ ਖੇਤਰ ਫੈਡਰਲ ਅਦਾਲਤ ਕੋਲ ਹੈ। ਪਰ ਜੱਜ ਕੈਥਰੀਨ ਪੀਸ਼ੇ ਨੇ 13 ਜੂਨ ਨੂੰ ਦਿੱਤੇ ਆਪਣੇ 15 ਪੰਨਿਆਂ ਦੇ ਫੈਸਲੇ 'ਚ ਲਿਖਿਆ ਕਿ ਗਵਰਨਰ ਜਨਰਲ ਨੂੰ ਇੱਕ ਫੈਡਰਲ ਅਫਸਰ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਉਹਨਾਂ ਦੀ ਨਿਯੁਕਤੀ ਮਹਾਰਾਣੀ ਐਲਿਜ਼ਾਬੇਥ ਨੇ ਕੀਤੀ ਸੀ ਤੇ ਕਰਾਊਨ ਸਰਕਾਰ ਦਾ ਹਿੱਸਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਇਸ ਸੰਦਰਭ 'ਚ ਕੋਰਟ ਦਾ ਮੰਨਣਾ ਹੈ ਕਿ ਮੌਜੂਦਾ ਮਾਮਲਾ ਕਿਊਬੈਕ ਸੁਪੀਰੀਅਰ ਕੋਰਟ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ ਅਤੇ ਇਨਕਾਰੀ ਛੋਟ ਰੱਦ ਹੋਣੀ ਚਾਹੀਦੀ ਹੈ। ਫੈਡਰਲ ਸਰਕਾਰ ਕੋਲ ਇਸ ਫੈਸਲੇ ਦੇ ਵਿਰੁੱਧ ਅਪੀਲ ਕਰਨ ਲਈ 30 ਦਿਨ ਸਨ, ਪਰ ਮੁਕੱਦਮਾ ਦਾਇਰ ਕਰਨ ਵਾਲੇ ਗਰੁੱਪ ਦੇ ਵਕੀਲ ਫ੍ਰੈਂਸੂਆ ਬੁਲੀਐਨ ਨੇ ਮੰਗਲਵਾਰ ਨੂੰ ਦੱਸਿਆ ਕਿ ਫੈਡਰਲ ਸਰਕਾਰ ਨੇ ਅਜਿਹਾ ਨਹੀਂ ਕੀਤਾ। ਕੇਸ ਦੀ ਸੁਣਵਾਈ ਕਿਊਬੈਕ ਸੁਪੀਰੀਅਰ ਕੋਰਟ ਦੁਆਰਾ ਕੀਤੀ ਜਾਵੇਗੀ, ਜਿਸ ਦੀ ਕਾਰਵਾਈ ਫਾਲ 'ਚ ਦੁਬਾਰਾ ਸ਼ੁਰੂ ਹੋਣ ਦੀ ਉਮੀਦ ਹੈ। ਮੁਕੱਦਮਾ ਦਾਇਰ ਕਰਨ ਵਾਲੇ ਗਰੁੱਪ ਦੀ ਅਗਵਾਈ ਮੂਲ ਰੂਪ 'ਚ ਸਾਬਕਾ ਪਾਰਟੀ ਕਿਊਬੈਕਵਾ ਦੇ ਲੀਡਰ ਉਮੀਦਵਾਰ ਫਰੈਡਰਿਕ ਬੈਸਟੀਅਨ ਨੇ ਕੀਤੀ ਸੀ, ਜਿਨ੍ਹਾਂ ਦੀ ਫੈਸਲੇ ਦੇ ਪ੍ਰਕਾਸ਼ਿਤ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਮੌਤ ਹੋ ਗਈ ਸੀ। ਬੈਸਟੀਅਨ ਦੀ ਮੌਤ ਦੇ ਬਾਵਜੂਦ ਕੇਸ ਅੱਗੇ ਵਧਣ ਦੀ ਉਮੀਦ ਹੈ। ਇੱਕ 10 ਸਾਲਾ ਲੜਕੀ ਦੇ ਕਤਲ ਦੇ ਦੋਸ਼ 'ਚ ਟੋਰਾਂਟੋ ਦੇ ਇੱਕ ਵਿਅਕਤੀ ਨੂੰ 26 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਜਦੋਂ ਫੈਡਰਲ ਸਰਕਾਰ ਨੇ ਪਾਇਆ ਕਿ ਉਸ ਦੇ 1990 ਦੇ ਮੁਕੱਦਮੇ ਦੌਰਾਨ ਨਿਆਂ ਦਾ ਗਰਭਪਾਤ ਹੋਇਆ ਸੀ, ਤਾਂ ਉਸ ਦੇ ਕੇਸ ਦੀ ਅਦਾਲਤ 'ਚ ਸਮੀਖਿਆ ਕੀਤੀ ਜਾਵੇਗੀ। 16 ਮਾਰਚ 1999 ਨੂੰ ਡਾਰਲਾ ਥਰੋਟ ਨੂੰ ਉਸ ਦੀ ਮਾਂ ਨੇ ਉਸ ਦੇ ਈਟੋਬੀਕੋ ਘਰ 'ਚ ਬਿਸਤਰੇ 'ਚ ਗਲਾ ਘੁੱਟਿਆ ਹੋਇਆ ਪਾਇਆ। ਕਾਨੂੰਨੀ ਨੁਮਾਇੰਦੇ ਜੇਮਸ ਲੋਕੀਰ ਦੇ ਅਨੁਸਾਰ ਟਿਮ ਰੀਸ ਉਸ ਸਮੇਂ 25 ਸਾਲਾਂ ਦਾ ਸੀ। ਇੱਕ ਸ਼ਾਮ ਪਹਿਲਾਂ ਉਹ ਡਾਰਲਾ ਦੇ ਮਾਪਿਆਂ ਨੂੰ ਮਿਲਿਆ ਸੀ ਤੇ ਰਾਤ ਭਰ ਰਿਹਾ ਸੀ। 1990 'ਚ ਰੀਸ ਨੂੰ ਥਰੋਟ ਦੀ ਮੌਤ 'ਚ ਦੂਜੇ ਡਿਗਰੀ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ 15 ਸਾਲਾਂ ਲਈ ਪੈਰੋਲ ਲਈ ਯੋਗਤਾ ਦੇ ਬਿਨਾਂ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ। ਰੀਸ ਨੇ 1994 'ਚ ਦੋਸ਼ੀ ਠਹਿਰਾਉਣ ਦੀ ਅਪੀਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਰਜ਼ੀ ਖਾਰਜ ਕਰ ਦਿੱਤੀ ਗਈ। ਉਸਨੇ 26 ਸਾਲ ਜੇਲ੍ਹ ਦੀ ਸਜ਼ਾ ਕੱਟੀ। ਅਕਤੂਬਰ 2016 'ਚ ਉਸ ਨੂੰ ਪੈਰੋਲ ਤੇ ਰਿਹਾ ਕੀਤਾ ਗਿਆ ਸੀ। ਮਾਈਕਰੋ ਬਲੌਗਿੰਗ ਪਲੇਟਫਾਰਮ ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਾਤੇ ਬਾਰੇ ਖੋਜ ਵਾਰੰਟ ਦੀ ਪਾਲਣਾ ਕਰਨ ਤੋਂ ਇਨਕਾਰ ਕਰਨ ਲਈ ਐਲਨ ਮਸਕ ਦੇ ਟਵਿੱਟਰ ਨੂੰ ਇਸ ਸਾਲ ਦੇ ਸ਼ੁਰੂ 'ਚ $350,000 ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ ਸੀ। ਇਹ ਜਾਣਕਾਰੀ ਬੁੱਧਵਾਰ ਨੂੰ ਅਣਸੀਲ ਕੀਤੇ ਗਏ ਅਦਾਲਤੀ ਦਸਤਾਵੇਜ਼ਾਂ ਦੁਆਰਾ ਸਾਹਮਣੇ ਆਈ ਹੈ। ਇਹ ਵਾਰੰਟ ਨਿਆਂ ਵਿਭਾਗ ਦੀ ਵਿਸ਼ੇਸ਼ ਜਾਂਚ ਦੇ ਹਿੱਸੇ ਵਜੋਂ ਜਾਰੀ ਕੀਤਾ ਗਿਆ ਸੀ। ਜਨਵਰੀ 'ਚ 2020 ਦੀਆਂ ਚੋਣਾਂ ਤੋਂ ਬਾਅਦ ਸੱਤਾ ਦੇ ਕ੍ਰਮਵਾਰ ਤਬਦੀਲੀ 'ਚ ਦਖਲ ਦੇਣ 'ਚ ਟਰੰਪ ਦੀ ਭੂਮਿਕਾ ਬਾਰੇ ਉਸ ਦੀ ਜਾਂਚ ਦੇ ਹਿੱਸੇ ਵਜੋਂ ਵਿਸ਼ੇਸ਼ ਵਕੀਲ ਜੈਕ ਸਮਿਥ ਨੇ ਸਾਬਕਾ ਰਾਸ਼ਟਰਪਤੀ ਦੇ ਟਵਿੱਟਰ ਖਾਤੇ ਲਈ ਇੱਕ ਖੋਜ ਵਾਰੰਟ ਪ੍ਰਾਪਤ ਕੀਤਾ। ਅਣਸੀਲਬੰਦ ਰਾਏ ਦੇ ਅਨੁਸਾਰ ਟਵਿੱਟਰ, ਜਿਸ ਨੂੰ ਹੁਣ ਐਕਸ ਵਜੋਂ ਜਾਣਿਆ ਜਾਂਦਾ ਹੈ, ਨੇ 1 ਫਰਵਰੀ ਨੂੰ ਵਾਰੰਟ 'ਚ ਬੇਨਤੀ ਕੀਤੀ ਸਮੱਗਰੀ ਪ੍ਰਦਾਨ ਕਰਨ ਤੇ ਇਤਰਾਜ਼ ਕੀਤਾ। ਦਾਅਵਾ ਕੀਤਾ ਕਿ ਇਸ ਦੇ ਨਾਲ ਗੈਰ ਖੁਲਾਸਾ ਕਰਨ ਵਾਲਾ ਆਦੇਸ਼ ਪਹਿਲੀ ਸੋਧ ਦੇ ਤਹਿਤ ਗੈਰ ਕਾਨੂੰਨੀ ਸੀ, ਜੋ ਧਰਮ, ਪ੍ਰਗਟਾਵੇ, ਅਸੈਂਬਲੀ ਅਤੇ ਪਟੀਸ਼ਨ ਦਾ ਅਧਿਕਾਰ। ਇਤਰਾਜ਼ ਅਦਾਲਤ ਦੁਆਰਾ ਨਿਰਧਾਰਤ ਸਮਾਂ ਸੀਮਾ ਤੋਂ 4 ਦਿਨ ਬਾਅਦ ਆਇਆ ਤੇ ਜ਼ਿਲ੍ਹਾ ਅਦਾਲਤ ਨੂੰ ਇਹ ਨਿਰਧਾਰਤ ਕਰਨ ਲਈ ਕਿਹਾ ਗਿਆ ਕਿ ਕੀ ਵਾਰੰਟ ਦੀ ਬੇਨਤੀ ਕੀਤੀ ਸਮੱਗਰੀ ਨੂੰ ਸੌਂਪਣ ਤੋਂ ਪਹਿਲਾਂ ਗੈਰ ਖੁਲਾਸਾ ਕਰਨਾ ਜ਼ਰੂਰੀ ਸੀ। 2 ਫਰਵਰੀ ਨੂੰ ਐਕਸ ਨੇ ਗੈਰ ਖੁਲਾਸੇ ਆਦੇਸ਼ ਨੂੰ ਖਾਲੀ ਕਰਨ ਲਈ ਪ੍ਰੇਰਿਤ ਕੀਤਾ, ਇਹ ਦਾਅਵਾ ਕਰਦੇ ਹੋਏ ਕਿ ਇਸ ਨੇ ਆਪਣੇ ਗਾਹਕ ਸਾਬਕਾ ਰਾਸ਼ਟਰਪਤੀ ਟਰੰਪ ਨਾਲ ਸੰਚਾਰ ਕਰਨ ਲਈ ਕੰਪਨੀ ਦੇ ਪਹਿਲੇ ਸੋਧ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। 7 ਫਰਵਰੀ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਨਿਰਧਾਰਤ ਕੀਤਾ ਕਿ ਐਕਸ ਅਪਮਾਨ 'ਚ ਸੀ। ਹਾਲਾਂਕਿ ਕੰਪਨੀ ਨੂੰ ਉਸ ਦਿਨ ਸ਼ਾਮ 5 ਵਜੇ ਤੋਂ ਪਹਿਲਾਂ ਬੇਨਤੀ ਕੀਤੀ ਸਮੱਗਰੀ ਦੀ ਸਪਲਾਈ ਕਰਕੇ ਖੋਜ ਨੂੰ ਸ਼ੁੱਧ ਕਰਨ ਦਾ ਮੌਕਾ ਦਿੱਤਾ ਗਿਆ ਸੀ। ਅਣਸੀਲ ਕੀਤੇ ਦਸਤਾਵੇਜ਼ ਦੇ ਅਨੁਸਾਰ ਐਕਸ ਸਮਾਂ ਸੀਮਾ ਨੂੰ ਪੂਰਾ ਕਰਨ 'ਚ ਅਸਫਲ ਰਿਹਾ। ਕੰਪਨੀ ਨੇ ਕੁਝ ਰਿਕਾਰਡ ਭੇਜੇ ਸਨ, ਪਰ ਉਸ ਸਬਮਿਸ਼ਨ ਨੂੰ ਅਧੂਰਾ ਮੰਨਿਆ ਗਿਆ ਸੀ। ਇਹ 9 ਫਰਵਰੀ ਤੱਕ ਨਹੀਂ ਸੀ ਕਿ ਐਕਸ ਨੇ ਆਖਰਕਾਰ ਸਰਕਾਰ ਨੂੰ ਬੇਨਤੀ ਕੀਤੇ ਸਾਰੇ ਰਿਕਾਰਡ ਪ੍ਰਦਾਨ ਕੀਤੇ। ਡੈਡਲਾਈਨ ਗਵਾਉਣ ਦੇ ਨਤੀਜੇ ਵਜੋਂ ਕੰਪਨੀ ਨੂੰ
$3,50,000 ਡਾਲਰ ਦਾ ਜੁਰਮਾਨਾ ਕੀਤਾ ਗਿਆ। ਜਨਵਰੀ 2021 ਚ ਕੰਪਨੀ ਨੇ ਪਲੇਟਫਾਰਮ ਤੇ ਟਰੰਪ ਦੇ ਖਾਤੇ ਨੂੰ ਸਥਾਈ ਤੌਰ ਤੇ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਪਿਛਲੇ ਸਾਲ ਪਲੇਟਫਾਰਮ ਖਰੀਦਣ ਤੋਂ ਬਾਅਦ ਮਸਕ ਨੇ ਨਵੰਬਰ 'ਚ ਟਰੰਪ ਦੇ ਖਾਤੇ ਨੂੰ ਬਹਾਲ ਕਰ ਦਿੱਤਾ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ। ਓਨਟਾਰੀਓ ਦੇ ਆਡੀਟਰ ਜਨਰਲ ਦੀ ਨਵੀਂ ਰਿਪੋਰਟ 'ਚ ਖੁਲਾਸੇ ਕਿਵੇਂ ਕੀਤੀ ਸੀ ਸੂਬਾ ਸਰਕਾਰ ਨੇ ਨਾਇਗਰਾ ਫਾਲਸ ਤੋਂ ਪੀਟਰਬਰੋ ਤੱਕ ਫੈਲੇ ਫਾਰਮਲੈਂਡ ਜੰਗਲਾਂ ਅਤੇ ਵਾਟਰਲੈਂਡ ਦੇ 8,10,000 ਹੈਕਟੇਅਰ ਇਲਾਕੇ ਨੂੰ ਗ੍ਰੀਨ ਬੈਲਟ ਤੋਂ ਬਾਹਰ ਕਰਨ ਦੀ ਚੋਣ। ਆਡੀਟਰ ਜਨਰਲ ਦੀ ਰਿਪੋਰਟ ਤੋਂ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦਾ ਬਿਆਨ, ਸਰਕਾਰ ਵੱਲੋਂ ਇਸ ਪ੍ਰਕਿਰਿਆ ਦੇ ਹਰ ਨਿੱਕੇ ਵੱਡੇ ਪੱਖ ਦਾ ਰੱਖਿਆ ਗਿਆ ਸੀ ਖਿਆਲ। ਆਡੀਟਰ ਜਨਰਲ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ ਮੰਨਣ ਉੱਤੇ ਵੀ ਪ੍ਰਗਟਾਈ ਸਹਿਮਤੀ। ਕੈਨੇਡਾ ਨੇ ਬੈਲਾਰੂਸ ਦੇ ਅਧਿਕਾਰੀਆਂ ਵਿਰੁੱਧ ਹੋਰ ਪਾਬੰਦੀਆਂ ਦਾ ਕੀਤਾ ਐਲਾਨ। ਵਿਦੇਸ਼ ਮੰਤਰੀ ਮੈਲਨੀ ਜੋਲੀ ਨੇ ਬੈਲਾਰੂਸ ਦੇ 9 ਵਿਅਕਤੀਆਂ ਤੇ 7 ਫੌਜੀ ਸੰਸਥਾਵਾਂ ਵਿਰੁੱਧ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦੇ ਅਨੁਸਾਰ ਕੋਵਿਡ-19 ਦਾ ਨਵਾਂ ਸਬ ਵੇਰੀਐਂਟ EG5 ਕੈਨੇਡਾ 'ਚ ਵੀ ਮਿਊਨਿਸਪਲ ਵੇਸਟ ਵਾਟਰ 'ਚ EG5 36 ਵਾਰ ਪਾਇਆ ਗਿਆ। 30 ਜੁਲਾਈ ਤੋਂ 5 ਅਗਸਤ ਦੇ ਦਰਮਿਆਨ ਪਾਏ ਗਏ ਕੋਵਿਡ-19 ਕੇਸਾਂ 'ਚੋਂ ਕਰੀਬ 36% ਮਾਮਲੇ ਹੋ ਸਕਦੇ ਨੇ ਨਵੇਂ ਸਬ ਵੇਰੀਐਂਟ ਦੇ।